ਕਿ ਅਗਰ ਕਿਸਾਨਾਂ ਨੂੰ ਇਹ ਕਾਨੂੰਨ ਪਸੰਦ ਨਹੀਂ, ਕਿਸਾਨਾਂ ਨੂੰ ਤੁਸੀਂ ਕੋਈ ਚੀਜ਼ ਉਹਨਾਂ ਨੂੰ ਕਾਨੂੰਨ ਦੇ ਰਹੇ ਹੋ, ਉਹਨਾਂ ਨੂੰ ਪਸੰਦ ਨਹੀਂ, ਕਮ ਸੇ ਕਮ ਉਹਨਾਂ ਨੂੰ ਪੁੱਛੋ। ਔਰ ਅਗਰ ਉਹ ਕਿਸਮ ਉਹਨਾਂ ਨੂੰ ਪਸੰਦ ਨਹੀਂ ਆਇਆ, ਉਹਨਾਂ ਨੂੰ ਨਹੀਂ ਪੁੱਛਿਆ ਤੁਸੀਂ, ਕੋਈ ਗਲਤੀ ਹੋ ਗਈ ਹੈ, ਸਰਕਾਰ ਹੈ, ਗਲਤੀ ਹੋ ਜਾਂਦੀ ਹੈ, ਤਾਂ ਤੁਸੀਂ ਉਹਨੂੰ ਵਾਪਸ ਲੈ ਸਕਦੇ ਹੋ। ਸਾਨੂੰ ਤਾਂ ਮੋਦੀ ਸਾਹਿਬ ਨੇ, ਸੈਂਟਰ ਗਵਰਨਮੈਂਟ ਨੇ ਕਿਹਾ ਕਿ ਇਹ ਵਿਚੋਲੀਏ ਬਾਹਰ ਕਰ ਦਿਓ, ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਿਸਾਨ ਤੇ ਆੜਤੀ ਦੀ ਤਾਂ ਆਪਸ ਵਿੱਚ ਇੱਕ ਦੂਜੇ ਦਾ ਚੋਲੀ ਦਾਮਨ ਦਾ ਸਾਥ, ਰੀੜ ਦੀ ਹੱਡੀ ਕਹਿ ਸਕਦੇ ਹੋ ਜੀ। ਰੀੜ ਦੀ ਹੱਡੀ ਹੈ, ਇਹ ਤਾਂ ਸਿਰਫ ਕਹਿਣ ਵਾਲਾ ਇੱਕ ਆਪਾਂ ਸ਼ਬਦ ਲੱਭ ਲਿਆ। ਦੇਸ਼ਾਂ ਵਿਦੇਸ਼ਾਂ ਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ। ਮੈਂ ਹਰਵਿੰਦਰ ਸਿੰਘ ਚਾਵਲਾ ਇੱਕ ਵਾਰ ਫੇਰ ਤੁਹਾਡੇ ਨਾਲ ਰੂਬਰੂ ਹੈਗਾ ਆ। ਪਿਆਰੇ ਦਰਸ਼ਕੋ, ਕੱਲ੍ਹ 1 ਮਾਰਚ ਨੂੰ ਉੱਤਰਾਖੰਡ ਦੇ ਰੁਦਰਪੁਰ ਦੇ ਵਿੱਚ ਕਿਸਾਨਾਂ ਵੱਲੋਂ ਬਹੁਤ ਵੱਡੀ ਮਹਾਪੰਚਾਇਤ ਦਾ ਐਲਾਨ ਕੀਤਾ ਗਿਆ। ਬੜੇ ਵੱਡੇ ਪੱਧਰ 'ਤੇ ਤਿਆਰੀਆਂ ਚੱਲ ਰਹੀਆਂ ਨੇ। ਵੱਖ-ਵੱਖ ਬੁਲਾਰੇ, ਪੰਜਾਬ ਤੋਂ ਸਿੰਗਰ ਵੀ ਆ ਰਹੇ ਨੇ। ਅਸੀਂ ਦੇਖ ਰਹੇ ਹਾਂ ਕਿ ਬਹੁਤ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਸੋ ਕਈ ਸੰਸਥਾਵਾਂ ਵੱਲੋਂ ਉਸ ਮਹਾਪੰਚਾਇਤ ਨੂੰ ਸਮਰਥਨ ਵੀ ਦਿੱਤਾ ਗਿਆ। ਸਾਡੇ ਨਾਲ ਜੋ ਸ਼ਖਸੀਅਤ ਇਸ ਵੇਲੇ ਜੁੜੇ ਹੋਏ ਨੇ, ਰੁਦਰਪੁਰ ਗੱਲਾ ਮੰਡੀ ਆੜਤੀ ਐਸੋਸੀਏਸ਼ਨ, ਉਹਦੇ ਪ੍ਰੈਜ਼ੀਡੈਂਟ ਹੈਗੇ ਰਾਜੇਸ਼ ਘੀਕ ਬੱਲੂ ਭਾਜੀ। ਇਹਨਾਂ ਵੱਲੋਂ ਵੀ ਉਸ ਕਿਸਾਨ ਮਹਾਪੰਚਾਇਤ ਨੂੰ ਸਮਰਥਨ ਦਿੱਤਾ ਗਿਆ। ਸੋ ਸਿੱਧਾ ਉਹਨਾਂ ਕੋਲ ਹੀ ਆਉਂਦੇ ਹਾਂ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਅਰਿੰਦਰ ਜੀ, ਥੈਂਕ ਯੂ। ਕੀ ਕਹਿਣਾ ਚਾਹੋਗੇ? ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਮੁੱਦਾ ਬਹੁਤ ਜ਼ਿਆਦਾ ਭਖਿਆ ਇਸ ਵੇਲੇ, ਅਤੇ ਜੋ ਨਵੇਂ ਕਾਨੂੰਨ ਲਾਗੂ ਕੀਤੇ ਗਏ ਨੇ, ਜੋ ਸਾਨੂੰ ਪਤਾ ਲੱਗਿਆ ਕਿ ਉਹਦੇ ਵਿੱਚ ਜਿਹੜੀ ਆੜਤੀ ਐਸੋਸੀਏਸ਼ਨ, ਆੜਤੀਆਂ ਨੂੰ ਉਹਨੂੰ ਬਾਹਰ ਕੱਢ ਦਿੱਤਾ ਗਿਆ। ਇਹਦੇ ਵਿੱਚ ਤੁਹਾਡਾ ਪਹਿਲਾ ਪ੍ਰਤੀਕਰਮ? ਦੇਖੋ ਜੀ, ਮੋਦੀ ਸਰਕਾਰ ਨੇ ਜਿਹੜੇ 3 ਕਾਨੂੰਨ ਲਾਗੂ ਕੀਤੇ ਹਨ, ਇਹ ਕਿਸਾਨਾਂ ਦੇ ਤਾਂ ਖਿਲਾਫ ਹੈ ਨਹੀਂ ਹਨ, ਕਿਉਂਕਿ ਕਿਸਾਨਾਂ ਨੂੰ ਇਸ ਚੀਜ਼ ਨਾਲ ਬੜਾ ਰੋਸ਼ ਹੈ। ਔਰ ਅੱਜ ਕਿਸਾਨਾਂ ਨੂੰ 3 ਮਹੀਨੇ ਹੋ ਗਏ ਨਰਵਿੰਦਰ ਜੀ, ਵਿਚਾਰੇ 3 ਮਹੀਨੇ ਦੇ ਇਸ ਟਾਈਮ ਸੜਕਾਂ 'ਤੇ ਸੁੱਤੇ ਪਏ ਹਨ, ਸੜਕਾਂ 'ਤੇ ਬੈਠੇ ਹਨ, ਜਗ੍ਹਾ ਜਗ੍ਹਾ 'ਤੇ ਅੰਦੋਲਨ ਕਰ ਰਹੇ ਹਨ, ਲੇਕਿਨ ਸਰਕਾਰ ਬਿਲਕੁਲ ਮੂੰਹ ਹੋਈ ਪਈ ਹੈ ਜੀ, ਅੱਖਾਂ ਬੰਦ ਕੀਤੀ ਬੈਠੀ ਕਹਿ ਸਕਦੇ ਹੋ। ਔਰ ਇਹ ਕੋਈ ਅੱਛਾ ਸੋਚਣਾ ਨਹੀਂ ਹੈ ਕਿ ਦੇਸ਼ ਦੇ ਤੁਸੀਂ ਇੰਨੀ ਗੱਦਾਵਰ ਸੀਟ 'ਤੇ, ਪ੍ਰਥਮ ਸੀਟ 'ਤੇ ਬੈਠਣ ਤੋਂ ਬਾਅਦ ਤੁਸੀਂ ਦੇਖ ਹੀ ਨਹੀਂ ਪਾ ਰਹੇ ਹੋ ਕਿ ਕਿਸਾਨਾਂ ਨੂੰ ਜੇ ਇੱਕ ਅੰਨਦਾਤਾ ਦਾ ਰੂਪ ਦਿੱਤਾ ਗਿਆ, ਜਿਸ ਕਿਸਾਨ ਨੂੰ, ਉਹ ਕਿਸਾਨ ਅੰਨਦਾਤਾ ਸੜਕਾਂ 'ਤੇ ਬੈਠਾ, ਅਤੇ ਜਿਹੜਾ ਖਾਣ ਵਾਲਾ ਦਾਤਾ ਹੈ, ਜਿਹੜਾ ਦੇਸ਼ ਨੂੰ ਖਾ ਰਿਹਾ, ਉਹ ਆਪਣੇ ਘਰ ਬੈਠਾ। ਅਤੇ ਇਹ ਚੀਜ਼ ਤਾਂ ਇਹਨਾਂ ਨੂੰ ਸੋਚਣਾ ਚਾਹੀਦਾ ਸੀਗਾ ਕਿ ਅਗਰ ਕਿਸਾਨਾਂ ਨੂੰ ਇਹ ਕਾਨੂੰਨ ਪਸੰਦ ਨਹੀਂ, ਕਿਸਾਨਾਂ ਨੂੰ ਤੁਸੀਂ ਕੋਈ ਚੀਜ਼ ਉਹਨਾਂ ਨੂੰ ਕਾਨੂੰਨ ਦੇ ਰਹੇ ਹੋ, ਉਹਨਾਂ ਨੂੰ ਪਸੰਦ ਨਹੀਂ, ਕਮ ਸੇ ਕਮ ਉਹਨਾਂ ਨੂੰ ਪੁੱਛੋ। ਔਰ ਅਗਰ ਉਹ ਕਿਸਮ ਉਹਨਾਂ ਨੂੰ ਪਸੰਦ ਨਹੀਂ ਆਇਆ, ਉਹਨਾਂ ਨੂੰ ਨਹੀਂ ਪੁੱਛਿਆ ਤੁਸੀਂ, ਕੋਈ ਗਲਤੀ ਹੋ ਗਈ ਹੈ, ਸਰਕਾਰ ਹੈ, ਗਲਤੀ ਹੋ ਜਾਂਦੀ ਹੈ, ਤਾਂ ਤੁਸੀਂ ਉਹਨੂੰ ਵਾਪਸ ਲੈ ਸਕਦੇ ਹੋ ਜਾਂ ਉਹਨਾਂ ਦਾ ਸੰਸ਼ੋਧਨ ਕਰ ਸਕਦੇ ਹੋ, ਉਹਨਾਂ ਨਾਲ ਮੀਟਿੰਗ ਕਰ ਸਕਦੇ ਹੋ। ਸਰਕਾਰਾਂ ਵੱਲੋਂ ਤਾਂ 2 ਟੂਕ ਜਵਾਬ ਆ। ਉਹਨਾਂ ਕਿ ਰੱਦ ਨਹੀਂ ਕੀਤੇ ਜਾਣੇ, ਸੰਸ਼ੋਧਨ ਕਰ ਲਓ। 1.5 ਸਾਲ ਦਾ ਉਹਨਾਂ ਨੇ ਆਫਰ ਵੀ ਦਿੱਤਾ ਆ। ਤੁਹਾਨੂੰ ਕੀ ਲੱਗਦਾ ਹੈ ਕਿਉਂ ਟਸ ਤੋਂ ਮਸ ਨਹੀਂ ਹੋ ਰਹੀ ਸਰਕਾਰ? ਕਿਉਂਕਿ ਵੇਖੋ, 200-250 ਜਿਹੜੀਆਂ ਮੌਤਾਂ ਹੋ ਚੁੱਕੀਆਂ ਨੇ, ਜੋ ਆંકੜੇ ਦੱਸਦੇ ਨੇ। ਸਰਦੀਆਂ ਕਿਸਾਨਾਂ ਦੀਆਂ ਉੱਥੇ ਬੀਤ ਗਈਆਂ, ਗਰਮੀਆਂ ਸ਼ੁਰੂ ਹੋ ਗਈਆਂ, ਇੱਕ ਰਾਤ ਵੀ ਕੱਢਣੀ ਬੜੀ ਔਖੀ ਹੁੰਦੀ ਹੈ। ਠੀਕ ਹੈ, ਅਸੀਂ ਇਹਨੂੰ ਸਭ ਤੋਂ ਵੱਡਾ ਅੰਦੋਲਨ ਕਹਿ ਸਕਦੇ ਹਾਂ, ਭਾਵੇਂ ਪੀਸਫੁਲੀ ਅੰਦੋਲਨ ਵੀ ਹੈਗਾ ਆ। ਕੀ ਕਾਰਨ ਲੱਗਦਾ ਸਰਕਾਰ ਕਿਉਂ ਨਹੀਂ ਮੰਨਦੀ? ਦੇਖੋ, ਸਰਕਾਰ ਵੈਸੇ ਤਾਂ ਇਹਨੂੰ ਮੈਂ ਤਾਨਾਸ਼ਾਹੀ ਕਹਾਂਗਾ ਕਿ ਤਾਨਾਸ਼ਾਹੀ ਅਗਰ ਹੈ ਤਾਂ ਫਿਰ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ, ਕਿਉਂਕਿ ਤੁਹਾਡੇ ਕੋਲ ਫੁੱਲ ਸਮਰਥਨ ਹੈ, ਸੈਂਟਰਲ ਗਵਰਨਮੈਂਟ ਹੈ, ਉਹਨਾਂ ਨੂੰ ਕੋਈ ਕਿਸੇ ਦੀ ਲੋੜ ਤਾਂ ਹੈ ਨਹੀਂ। ਤਾਨਾਸ਼ਾਹੀ ਮਨਸ਼ਾ ਕੀ ਜਾਪਦੀ ਹੈ? ਉਹਨਾਂ ਨੂੰ ਕਿਉਂ ਲੱਗਦਾ ਕਿਉਂ ਨਹੀਂ? ਅਗਰ ਜੇ ਇੰਨਾ ਵੇਖੋ, ਹੁਣ ਤਾਂ ਪਹਿਲਾਂ ਕਹਿ ਰਹੇ ਸੀ ਕਿ ਪੰਜਾਬ ਦਾ ਅੰਦੋਲਨ ਆ, ਹਰਿਆਣਾ ਦਾ ਅੰਦੋਲਨ ਆ, ਲੇਕਿਨ ਹੁਣ ਤਾਂ ਤਸਵੀਰ ਪੂਰੀ ਚੇਂਜ ਹੋ ਚੁੱਕੀ। ਟਿਕੈਤ ਦੇ ਅਸੂਆਂ ਨੇ ਤਾਂ ਜਿਹੜਾ ਇੰਨਾ ਕਮਾਲ ਕੀਤਾ ਕਿ ਵੇਖੋ ਹੁਣ ਉੱਤਰਾਖੰਡ ਦੇ ਵਿੱਚ ਕਿੰਨਾ ਵੱਡਾ ਇਕੱਠ ਹੋ ਰਿਹਾ। ਕੀ ਤੁਹਾਨੂੰ ਕੀ ਲੱਗਦਾ ਕਾਰਨ ਕੀ ਸੀ? ਦੇਖੋ, 26 ਜਨਵਰੀ ਤੱਕ, ਜਿਸ ਦਿਨ 26 ਜਨਵਰੀ ਨੂੰ ਦੀਪ ਸਿੰਘ ਸੰਧੂ ਸਾਹਿਬ ਨੇ ਉੱਥੇ ਝੰਡਾ ਫਹਿਰਾਇਆ ਸੀ ਇੱਕ ਵਾਰ, ਤਾਂ ਉਸ ਤੋਂ ਬਾਅਦ ਐਸਾ ਮਾਹੌਲ ਲੱਗਿਆ ਸਾਰੇ ਕਿਸਾਨ ਘਰੋਂ ਘਰ ਚਲੇ ਗਏ। ਲੇਕਿਨ ਆਪਣਾ ਚੌਧਰੀ ਟਿਕੈਤ ਸਾਹਿਬ ਨੇ ਉਹ ਰੋਲ ਅਦਾ ਕੀਤਾ, ਐਂ ਲੱਗਦਾ ਜਿਵੇਂ ਰੀਸਟਾਰਟ ਹੋ ਗਿਆ, ਸ਼ੁਰੂਆਤ ਹੋ ਗਈ, ਹੁਣ ਦੁਬਾਰਾ ਤੋਂ ਅੰਦੋਲਨ ਚੱਲ ਗਿਆ ਔਰ ਇੱਕ ਐਨਰਜਿਕ ਰੂਪ ਨਾਲ ਚੱਲਿਆ। ਮਤਲਬ ਇਹ ਨਹੀਂ ਕਿ ਖਾਲੀ ਵਿਖਾਉਣ ਵਾਲਾ, ਮਤਲਬ ਜਨ ਇਤਨਾ ਘਰੋਂ ਨਿਕਲਿਆ, ਵਾਕਈ ਜੀ ਇਸ ਟਾਈਮ ਜਨ ਅੰਦੋਲਨ ਹੋ ਚੁੱਕਾ। ਮੈਂ ਇੱਥੇ ਦੇਖਿਆ ਰੁਦਰਪੁਰ ਦੇ ਵਿੱਚ, ਖਾਸ ਕਰ ਉੱਤਰਾਖੰਡ ਦੇ ਵਿੱਚ, ਇੰਨੇ ਵੱਡੇ ਪੱਧਰ ਤੇ ਤਿਆਰੀ ਕੀਤੀ, ਬਹੁਤ ਵੱਡੇ ਰਿਕਾਰਡ ਟੁੱਟ ਜਾਣਾ ਮੈਨੂੰ ਲੱਗਦਾ। ਬਹੁਤ ਮੈਂ ਤਾਂ ਇੱਥੇ ਤੁਸੀਂ ਵੇਖੋਗੇ, ਮੋਦੀ ਸਾਹਿਬ ਜਦੋਂ ਆਏ ਸੀ, ਜੋ ਰਸ਼ ਉਦੋਂ ਸੀ, ਮੈਨੂੰ ਲੱਗਦਾ ਉਸ ਰਿਕਾਰਡ ਨੂੰ ਵੀ ਅੱਜ ਇਹਨਾਂ ਤੋੜ ਦੇਣਾ ਕੱਲ। ਕੋਈ ਵੱਡੀ ਗੱਲ ਨਹੀਂ, ਕੋਈ ਵੱਡੀ ਗੱਲ ਨਹੀਂ, ਬਹੁਤ ਰਸ਼ ਹੈ। ਲੇਕਿਨ ਸੈਂਟਰਲ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਡਿਸੀਜਨ ਲਵੇ, ਇਸ ਬਾਰੇ ਸੋਚੇ, ਲੇਕਿਨ ਕੁਝ ਨਹੀਂ ਸਮਝ ਆ ਰਿਹਾ। ਮੂਚਮੈਨ ਹਨ, ਤਾਨਾਸ਼ਾਹੀ ਕਰ ਰਹੇ ਹਨ, ਆਪਣੀ ਮਰਜ਼ੀ ਕਰ ਰਹੇ ਹਨ। ਤੁਹਾਨੂੰ ਕੀ ਲੱਗਦਾ ਹੈ ਹੁਣ ਜਿਵੇਂ ਅਗਲੇ ਚੁਣਾਵ ਹੋ ਰਹੇ ਨੇ, 5 ਸਟੇਟਾਂ ਚੁਣਾਵਾਂ ਦੀ ਘੋਸ਼ਣਾ ਹੋ ਚੁੱਕੀ ਹੈ, ਇਹਦਾ ਅਸਰ ਪੈ ਸਕਦਾ ਉੱਥੇ? ਬਿਲਕੁਲ ਪਏਗਾ, ਕਿਉਂ ਨਹੀਂ ਪਏਗਾ। ਤੁਸੀਂ ਇਹ ਲਾਓ ਨਾ, ਤੁਹਾਡਾ ਇੱਕ ਸਿੱਖ ਸੰਗਤ ਨਿਊਜ਼ ਚੈਨਲ ਦੇਸ਼ਾਂ ਵਿਦੇਸ਼ਾਂ 'ਚ ਚੱਲਦਾ। ਆਪਾਂ ਹੁਣੇ ਗੱਲ ਕਰ ਰਹੇ ਹਾਂ ਤਾਂ ਥੋੜੇ ਦੇਰ ਤੱਕ ਪਤਾ ਨਹੀਂ ਕਿੱਥੇ ਕਿਹੜੇ ਦੇਸ਼ ਤੱਕ ਆਵਾਜ਼ ਜਾਣੀ ਹੈ। ਔਰ ਉਹ ਜਿਹੜੇ 30 ਦਿਨਾਂ 90 ਦਿਨਾਂ ਦੇ ਉੱਥੇ ਬੈਠੇ ਨੇ ਵਿਚਾਰੇ, ਉਹਨਾਂ ਦੀ ਆਵਾਜ਼ ਵੀ ਤਾਂ ਪੂਰੇ ਦੇਸ਼ 'ਚ ਜਾ ਰਹੀ ਹੈ। ਔਰ ਅਗਰ ਉਹ ਪੂਰੇ ਦੇਸ਼ 'ਚ ਜਗ੍ਹਾ ਜਗ੍ਹਾ 'ਤੇ ਜਾ ਰਹੀ ਹੈ, ਤਾਂ ਲੋਕ ਅਗਰ ਬੁੱਧੀ ਰੱਖਦੇ ਹਨ ਔਰ ਵਿਵੇਕ ਰੱਖਦੇ ਹਨ, ਤਾਂ ਲੋਕ ਉਹਦਾ ਅੰਜਾਮ ਹੀ ਦੇਣਗੇ ਕਿ ਸਾਡੇ ਕਿਸਾਨਾਂ ਨਾਲ ਬੁਰਾ ਹੋ ਰਿਹਾ, ਤਾਂ ਅਸੀਂ ਉਹਦਾ ਰਿਜ਼ਲਟ ਫਿਰ ਪੋਜ਼ੀਟਿਵ ਕਿਉਂ ਦਈਏ। ਇਸ ਕਰਕੇ ਲੋਕਾਂ ਦੇ ਦਿਮਾਗ 'ਚ ਖਿਲਾਫਤ ਆਏਗੀ, ਔਰ ਖਿਲਾਫਤ ਆਏਗੀ, ਨੈਗੇਟਿਵ ਰਿਜ਼ਲਟ ਆਏਗਾ। ਇਹ ਮੋਦੀ ਸਾਹਿਬ ਨੂੰ ਭੁਗਤਣਾ ਪੈ ਸਕਦਾ।
ਜਾਂਦੇ ਜਾਂਦੇ ਕੁਝ ਹੋਰ ਕਹਿਣਾ ਚਾਹੋ, ਆਪਾਂ ਘੱਟ ਸ਼ਬਦਾਂ ਹੀ ਰੱਖਦੇ ਹਾਂ। ਬਿਲਕੁਲ ਬਿਲਕੁਲ, ਦੇਖੋ ਜੀ ਮੈਂ ਜੇ ਇਸ ਅੰਦੋਲਨ ਨੂੰ ਮੈਂ ਕਹਾਂਗਾ, ਮੇਰਾ ਇੱਕ ਸੰਦੇਸ਼ ਹੈ ਕਿ ਭਾਈ ਕਿਸਾਨਾਂ ਦੇ ਨਾਲ ਹੈ ਆਪਾਂ, ਸਾਡਾ ਤੇ ਕਿਸਾਨਾਂ ਦਾ ਤਾਂ ਵੈਸੇ ਹੀ ਚੋਲੀ ਦਾਮਨ ਦਾ ਸਾਥ। ਬਿਲਕੁਲ, ਕਿਸਾਨ ਜਿਹੜਾ ਆੜਤੀ ਤੋਂ ਵੱਖ ਨਹੀਂ, ਆਪਾਂ ਕਹਿ ਸਕਦੇ ਚੌਲੀ ਦਾਮਾਂ ਦਾ ਕਿ ਦਿਨ ਰਾਤ ਤੁਹਾਡੇ ਨਾਲ ਵਾਹ ਪੈਣਾ ਕਿਸਾਨਾਂ ਦਾ। ਬਿਲਕੁਲ ਵਾਹ ਪੈਣਾ ਹੈ ਸਾਨੂੰ। ਤਾਂ ਮੋਦੀ ਸਾਹਿਬ ਨੇ, ਸੈਂਟਰ ਗਵਰਨਮੈਂਟ ਨੇ ਕਿਹਾ ਕਿ ਇਹ ਵਿਚੋਲੀਏ ਬਾਹਰ ਕਰ ਦੋ, ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਿਸਾਨ ਤੇ ਆੜਤੀ ਦੀ ਤਾਂ ਆਪਸ ਵਿੱਚ ਇੱਕ ਦੂਜੇ ਦਾ ਚੋਲੀ ਦਾਮਨ ਦਾ ਸਾਥ। ਰੀੜ ਦੀ ਹੱਡੀ ਕਹਿ ਸਕਦੇ ਹਾਂ ਕਿ ਕਹਿ ਸਕਦੇ ਹੋ ਜੀ, ਰੀੜ ਦੀ ਹੱਡੀ ਹੈ। ਇਹ ਤਾਂ ਸਿਰਫ ਕਹਿਣ ਵਾਲਾ ਇੱਕ ਆਪਾਂ ਸ਼ਬਦ ਲੱਭ ਲਿਆ, ਵਾਸਤਵਿਕਤਾ ਹੈ ਕਿ ਰੀੜ ਦੀ ਹੱਡੀ ਉਹਨਾਂ ਦੀ ਹੈ। ਨਹੀਂ ਤਾਂ ਇਹ ਸਰਕਾਰਾਂ ਕਿੱਥੇ, ਬੈਂਕ ਬੁੰਕ ਕਿੱਥੇ ਕਿਸਾਨਾਂ ਦਾ ਇੰਨਾ ਸਪੋਰਟ ਕਰ ਪਾਉਣਗੇ ਜਿੰਨਾ ਆੜਤੀ ਕਰਦੇ ਨੇ। ਇਹ ਤਾਂ ਤੁਸੀਂ ਕਿਸੇ ਕਿਸਾਨ ਦਾ ਇੰਟਰਵਿਊ ਲਓ, ਉਹਨਾਂ ਤੋਂ ਪੁੱਛੋ ਕਿ ਉਹਦਾ ਸਰਕਾਰਾਂ ਦਾ ਕਹਿਣਾ ਕਿ ਕਿਸਾਨ ਜਿਹੜਾ ਸਿਆਸੀ ਦਾਨਾਂ ਦੇ ਬਹਿਕਾਵੇ ਵਿੱਚ ਆ ਗਿਆ, ਬਰਗਲਾ ਦਿੱਤਾ ਗਿਆ। ਬਿਲਕੁਲ ਬਿਲਕੁਲ। ਉਹ ਅਰੇ ਕਿਆ ਕਹਿਣਾ ਹੁਣ ਮੈਂ, ਕੀ ਤੁਹਾਡੇ ਟੀਵੀ ਦੇ ਮਾਧਿਅਮ ਤੇ ਜ਼ਿਆਦਾ ਗੱਲਾਂ ਕਰਾਂਗਾ ਤਾਂ ਫਿਰ ਦੇਖੋ ਮੈਂ ਛੋਟੇ ਜਿਹੇ ਦਾਇਰੇ 'ਚ ਬੈਠਾ ਇੱਥੇ ਰੁਦਰਪੁਰੇ 'ਚ ਹੋ ਕੇ ਮੈਂ ਇੰਨੀਆਂ ਵੱਡੀਆਂ ਗੱਲਾਂ ਕਰਾਂਗਾ, ਸ਼ੋਭਾ ਨਹੀਂ ਦੇਗਾ। ਸਭ ਨੂੰ ਪਤਾ ਹੈ ਕਿ ਕੌਣ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ, ਲੇਕਿਨ ਠੀਕ ਹੈ ਸਾਹਿਬ, ਜੋ ਵੱਡੀਆਂ ਗੱਲਾਂ ਕਰਦੇ ਹੈ ਔਰ ਵੱਡੀ ਸੀਟ ਤੇ ਬੈਠੇ ਤਾਂ ਉਹਨਾਂ ਨੂੰ ਅਧਿਕਾਰ ਵੀ ਹੈ ਕੁਛ ਨਾ ਕੁਛ ਆਖਣ ਦਾ, ਆਪਾਂ ਕੁਛ ਨਹੀਂ ਕਰ ਸਕਦੇ। ਧੰਨਵਾਦ। ਸੋ ਪਿਆਰੇ ਦਰਸ਼ਕੋ, ਸਾਡੇ ਨਾਲ ਜੁੜੇ ਹੋਏ ਸੀ ਰਾਜੇਸ਼ ਗੀ ਬੱਲੂਪਾ ਜੀ, ਜਿਨ੍ਹਾਂ ਨੇ ਫੁੱਲ ਸਮਰਥਨ ਦਿੱਤਾ ਹੈ ਕੱਲ ਜਿਹੜੀ ਕਿਸਾਨ ਮਹਾਪੰਚਾਇਤ ਹੈਗੀ ਹੈ। ਸੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਹਰ ਅਪਡੇਟ ਉਸ ਕਿਸਾਨ ਮਹਾਪੰਚਾਇਤ ਦੀ ਤੁਹਾਨੂੰ ਦਿਆਂਗੇ। ਹੋਰ ਵੀ ਸ਼ਖਸੀਅਤਾਂ ਆਪ ਜੀ ਨਾਲ ਰੂਬਰੂ ਹੋਵਾਂਗੇ। ਸੋ ਧੰਨਵਾਦ ਕਰਦੇ ਹਾਂ ਬੱਲੂਪਾ ਜੀ ਦਾ। ਥੈਂਕ ਯੂ ਜੀ, ਥੈਂਕ ਯੂ।